ਸਵਾਗਤ ਹੈ ਦੋਸਤੋ ਸਟੱਡੀ ਫਾਈਟਰ ਦੇ ਵਿੱਚ। ਅੱਜ ਅਸੀਂ ਰੀਜ਼ਨਿੰਗ ਅਤੇ ਮੈਥ ਦੀ ਕੁਝ ਸਵਾਲਾਂ ਦੀ ਪ੍ਰੈਕਟਿਸ ਕਰਾਂਗੇ। ਸੋ ਇਹ ਪ੍ਰੈਕਟਿਸ ਸੀਰੀਜ਼ ਦਾ ਫਸਟ ਪਾਰਟ ਹੈ। ਲਗਾਤਾਰ ਵੀਡੀਓਜ਼ ਆਉਣਗੀਆਂ, ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਦੋਸਤਾਂ ਵਿੱਚ ਸ਼ੇਅਰ ਜ਼ਰੂਰ ਕਰਿਓ। ਹਾਂਜੀ, ਸ਼ੁਰੂ ਕਰਦੇ ਹਾਂ। ਸਵਾਲ ਨੰਬਰ 1 ਤੁਹਾਨੂੰ ਸਕਰੀਨ ਦੇ ਉੱਤੇ ਨਜ਼ਰ ਆ ਰਿਹਾ ਰੀਜ਼ਨਿੰਗ ਦਾ, ਜਿਹਦੇ ਵਿੱਚ ਸਾਨੂੰ ਇੱਕ ਸੀਰੀਜ਼ ਦਿੱਤੀ ਗਈ ਹੈ 23, 29, 31, 37। ਉਸ ਤੋਂ ਬਾਅਦ ਅਸੀਂ ਦੱਸਣਾ ਕਿ ਜੋ ਨੈਕਸਟ ਟਰਮ ਹੋਏਗੀ ਅੱਗੇ ਅਸੀਂ ਕਿਹੜਾ ਨੰਬਰ ਜਿਹੜਾ ਉਹ ਇਸ ਦੇ ਵਿੱਚ ਫਿਲ ਕਰਨਾ ਹੈ। ਦੇਖੋ ਜੀ, ਇਸ ਸੀਰੀਜ਼ ਨੂੰ ਪਹਿਲਾਂ ਤਾਂ ਅਸੀਂ ਇਹਦਾ ਰੀਜ਼ਨ ਫਾਈਂਡ ਕਰਦੇ ਹਾਂ ਕਿ ਇਹ ਕਿਸ ਤਰ੍ਹਾਂ ਬਣੀ ਹੈ। ਠੀਕ ਹੈ ਜੀ, ਤਾਂ ਦੇਖੋ ਇੱਥੇ ਜੇਕਰ ਅਸੀਂ ਰੀਜ਼ਨ ਇਹਨਾਂ ਦਾ ਇੱਥੇ 6 ਦਾ ਡਿਫਰੈਂਸ ਹੋ ਗਿਆ। ਠੀਕ ਹੈ ਜੀ, ਇੱਥੇ ਹੋ ਗਿਆ ਆਪਣੇ ਕੋਲ ਡਿਫਰੈਂਸ 2 ਦਾ, ਇੱਥੇ ਡਿਫਰੈਂਸ ਹੈ ਜੀ 6 ਦਾ। ਤਾਂ ਇੱਥੇ ਇਸ ਤਰ੍ਹਾਂ ਕੋਈ ਤੁੱਕਬੰਦੀ ਤਾਂ ਬਣ ਨਹੀਂ ਰਹੀ। ਉਸ ਤੋਂ ਬਿਨਾਂ ਜੇਕਰ ਅਸੀਂ ਇਹਨਾਂ ਨੂੰ ਹੋਰ ਦ੍ਰਿਸ਼ਟੀ ਤੋਂ ਦੇਖੀਏ ਤਾਂ ਇਹ ਜਿਹੜੇ 23, ਜਿਵੇਂ ਕਿ ਦੇਖੋ 23, 29, ਠੀਕ ਹੈ ਜੀ, 31, ਇਹ ਅਭਾਜ ਸੰਖਿਆਵਾਂ ਨਹੀਂ, ਅਭਾਜ ਸੰਖਿਆਵਾਂ ਦੀ ਇੱਕ ਸੀਰੀਜ਼ ਹੈ। ਜਿਵੇਂ ਕਿ 23 ਵੀ ਦੇਖੋ ਇੱਕ ਅਭਾਜ ਸੰਖਿਆ ਹੈ। ਠੀਕ ਹੈ ਜੀ, 29 ਵੀ, ਉਸ ਤੋਂ ਬਿਨਾਂ 31, ਠੀਕ ਹੈ ਜੀ, ਇਸ ਤੋਂ ਬਿਨਾਂ 37 ਵੀ ਇੱਕ ਅਭਾਜ ਸੰਖਿਆ ਹੈ। ਤਾਂ 37 ਤੋਂ ਬਾਅਦ ਅਭਾਜ ਸੰਖਿਆ ਹੋਏਗੀ 41। ਆਪਸ਼ਨ ਦੇ ਵਿੱਚ ਅਸੀਂ ਵੀ ਆਪਸ਼ਨ ਸਿਲੈਕਟ ਕਰਾਂਗੇ ਤਾਂ ਇੱਥੇ ਅਸੀਂ 41 ਭਰਨਾ ਸੀ ਹੈ। ਠੀਕ ਹੈ ਜੀ, ਇਸ ਤਰੀਕੇ ਨਾਲ ਸਾਡਾ 41 ਰਾਈਟ ਆਨਸਰ ਹੋਏਗਾ ਆਪਸ਼ਨ ਬੀ। ਸੋ ਇਸ ਤਰੀਕੇ ਨਾਲ ਅਸੀਂ ਇਸ ਸੀਰੀਜ਼ ਨੂੰ ਹੱਲ ਕਰਨਾ ਸੀ। ਜੇਕਰ ਤੁਸੀਂ ਵਿਸਥਾਰ ਦੇ ਵਿੱਚ ਜਾਣਨਾ ਵੀ ਸੀਰੀਜ਼ ਨੂੰ ਹੱਲ ਕਿਸ ਤਰ੍ਹਾਂ ਕਰਨਾ ਹੁੰਦਾ ਤਾਂ ਪਹਿਲਾਂ ਵਾਲੀਆਂ ਵੀਡੀਓਜ਼ ਦੇਖ ਲਿਓ। ਉਹਦੇ ਵਿੱਚ ਅਸੀਂ ਕੰਪਲੀਟ ਕਨਸੈਪਟ ਦੱਸਿਆ ਸੀ ਕਿ ਤੁਸੀਂ ਕਿਸ ਤਰ੍ਹਾਂ ਸੀਰੀਜ਼ ਨੂੰ ਦੇਖ ਕੇ ਸਮਝ ਸਕਦੇ ਹੋ ਵੀ ਇਹਦੇ ਵਿੱਚ ਪਲੱਸ ਹੋਏਗਾ, ਮਾਈਨਸ ਹੋਏਗਾ, ਡਿਵਾਈਡ, ਮਲਟੀਪਲਾਈ ਕਿਸ ਤਰ੍ਹਾਂ। ਠੀਕ ਹੈ, ਤਾਂ ਉਹ ਵੀਡੀਓ ਜ਼ਰੂਰ ਦੇਖ ਲਿਓ। ਹਾਂਜੀ, ਨੈਕਸਟ ਸੀਰੀਜ਼ ਹੈ BY25, BY25, 29, 34, 40। ਤਾਂ ਇਹਦੇ ਵਿੱਚ ਦੱਸਣਾ ਸੀ ਨਹੀਂ ਕਿ ਨੈਕਸਟ ਨੰਬਰ ਹੋਏਗਾ ਜਿਹੜਾ ਉਹ ਕੀ ਆਵੇਗਾ। ਤਾਂ ਦੇਖੋ ਜੀ, ਇਹਨੂੰ ਅਸੀਂ ਸਮਝਦੇ ਹਾਂ। ਸਭ ਤੋਂ ਪਹਿਲਾਂ ਤਾਂ ਡਿਫਰੈਂਸ ਵਾਲਾ ਕਾਮਨ ਰੀਜ਼ਨ ਹੁੰਦਾ ਹੈ। ਜ਼ਿਆਦਾਤਰ ਅਸੀਂ ਡਿਫਰੈਂਸ ਦੇਖਦੇ ਹਾਂ। ਦੇਖੋ ਜੀ, ਇੱਥੇ 20 ਅਤੇ 22 ਦੇ ਵਿੱਚ ਡਿਫਰੈਂਸ ਹੈ 2 ਦਾ। ਉਸ ਤੋਂ ਬਾਅਦ ਇੱਥੇ 2 ਦਾ ਡਿਫਰੈਂਸ ਸੀ, ਇੱਥੇ ਇਹਨਾਂ ਦੇ ਵਿਚਕਾਰ ਹੋ ਗਿਆ 3 ਦਾ ਡਿਫਰੈਂਸ। ਉਸ ਤੋਂ ਬਾਅਦ 25 ਅਤੇ 29 ਦੇ ਵਿਚਕਾਰ ਹੋ ਗਿਆ 4 ਦਾ ਡਿਫਰੈਂਸ। ਅੱਗੇ ਹੈ ਜੀ 5 ਦਾ ਡਿਫਰੈਂਸ, ਅੱਗੇ ਹੈ ਜੀ 6 ਦਾ ਡਿਫਰੈਂਸ। ਸੋ ਡਿਫਰੈਂਸ ਬੇਸ 'ਤੇ ਹੀ ਇਹਨੂੰ ਅਸੀਂ ਹੱਲ ਕਰ ਸਕਦੇ ਹਾਂ। ਅੱਗੇ ਅਸੀਂ 47 ਭਰ ਸਕਦੇ ਹਾਂ, 47। ਠੀਕ ਹੈ ਜੀ, ਤਾਂ 7 ਦਾ ਡਿਫਰੈਂਸ ਹੋ ਗਿਆ। ਤਾਂ ਦੇਖੋ 47 ਸਾਡੀ ਏ ਆਪਸ਼ਨ ਹੈ। ਠੀਕ ਹੈ ਜੀ, ਇਸ ਤਰ੍ਹਾਂ ਏ ਆਪਸ਼ਨ ਅਸੀਂ ਸਿਲੈਕਟ ਕਰ ਸਕਦੇ ਹਾਂ। ਠੀਕ ਹੈ ਜੀ, ਉਸ ਤੋਂ ਬਾਅਦ ਅਸੀਂ ਸੀਰੀਜ਼ ਹੱਲ ਕਰਦੇ ਹਾਂ ਜੀ। ਨੈਕਸਟ ਅਗਲਾ ਸਵਾਲ ਹੈ ਜੀ 0, 3, 8, 15, 24, 35। ਤਾਂ ਇਹਦੇ ਵਿੱਚੋਂ ਅਸੀਂ ਨੈਕਸਟ ਟਰਮ ਦੱਸਣੀ ਕਿ ਕੀ ਹੋਏਗੀ। ਤਾਂ ਦੇਖੋ ਜੀ, ਜਦ ਅਸੀਂ ਸੀਰੀਜ਼ ਨੂੰ ਧਿਆਨ ਨਾਲ ਦੇਖਦੇ ਹਾਂ ਸਾਨੂੰ ਇੱਥੇ ਇੱਕ ਰੀਜ਼ਨ ਫਾਈਂਡ ਹੋਏਗਾ ਇਹਦੇ ਵਿੱਚ। ਜੇਕਰ ਤੁਹਾਨੂੰ ਪਤਾ ਹੁੰਦਾ ਇਹਦਾ ਆਨਸਰ ਤਾਂ ਪਲੀਜ਼ ਕਮੈਂਟ ਬਾਕਸ ਦੇ ਵਿੱਚ ਨਾਲ ਦੀ ਨਾਲ ਕੋਸ਼ਿਸ਼ ਕਰਿਆ ਕਰੋ ਦੱਸਣ ਦੀ। ਠੀਕ ਹੈ ਜੀ, ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਕਿੰਨੇ ਕੁ ਦੋਸਤ ਸੀਰੀਅਸ ਹੋ ਕੇ ਤਿਆਰੀ ਕਰ ਰਹੇ ਨੇ। ਠੀਕ ਹੈ ਜੀ, ਦੇਖੋ ਜਿਵੇਂ 0 ਦੀ ਗੱਲ ਕਰੀਏ ਤਾਂ ਇਹ 1 ਦਾ ਸਕੇਅਰ ਕਰਕੇ -1 ਕੀਤਾ, ਭਾਵ ਇਹਦਾ ਵਰਕ ਕਰਕੇ। ਠੀਕ ਹੈ ਜੀ, 1 - 1 0। ਅਤੇ ਇਸੇ ਤਰ੍ਹਾਂ ਨੈਕਸਟ ਦੇਖਦੇ ਹਾਂ ਅਸੀਂ ਇੱਥੇ ਕੀ ਕੀਤਾ 2 ਦੀ ਸਕੇਅਰ -1, 2 ਦੀ ਸਕੇਅਰ ਯਾਨੀ ਕਿ 4 - 1 3। ਠੀਕ ਹੈ ਜੀ, ਅੱਗੇ 8। ਠੀਕ ਹੈ ਜੀ, 8 ਕਿਸ ਤਰ੍ਹਾਂ ਬਣਿਆ, ਇਹ 3 ਦੀ ਸਕੇਅਰ, 3 ਦੀ ਸਕੇਅਰ 9 - 1 8, ਇਸ ਤਰ੍ਹਾਂ 8 ਬਣ ਗਿਆ। ਠੀਕ ਹੈ ਜੀ, ਅੱਗੇ ਹੈ 15, 15 ਗਏ 4 ਦੀ ਸਕੇਅਰ। ਠੀਕ ਹੈ ਜੀ, 15 ਬਣ ਗਿਆ 4 ਦੀ ਸਕੇਅਰ ਯਾਨੀ ਕਿ 16 ਘਟਾ 1 15। ਉਸ ਤੋਂ ਬਾਅਦ 25 ਘਟਾ 1 ਯਾਨੀ ਕਿ 5 ਦੀ ਸਕੇਅਰ ਘਟਾ 1। ਅੱਗੇ ਹੈ 35, 35 ਕਿਸ ਤਰ੍ਹਾਂ ਬਣਿਆ 36, ਭਾਵ 6 ਦੀ ਜਿਹੜੀ ਘਾਤ 2 ਹੈ। ਠੀਕ ਹੈ, ਸਕੇਅਰ ਹੈ, ਉਹਦੇ 'ਚ -1 ਕਰਤਾ। ਉਸ ਤੋਂ ਬਾਅਦ ਅਸੀਂ ਦੇਖੋ 49 ਦੇ ਵਿੱਚ ਨੈਕਸਟ ਸਿੰਪਲ ਹੋ ਗਿਆ 49 - 1 ਕਰ ਦੇਵਾਂਗੇ ਤਾਂ ਸਾਡੇ ਕੋਲ 48 ਸਾਡਾ ਰਾਈਟ ਆਨਸਰ ਹੋਏਗਾ। ਸੋ 48 ਅਸੀਂ ਸੀ ਆਪਸ਼ਨ ਸਿਲੈਕਟ ਕਰ ਸਕਦੇ ਹਾਂ। ਸੋ ਇਸ ਤਰੀਕੇ ਨਾਲ ਅਸੀਂ ਨੇ ਇਹਦਾ ਰਾਈਟ ਆਨਸਰ ਫਾਈਂਡ ਆਊਟ ਕਰਨਾ ਸੀ। ਉਮੀਦ ਹੈ ਕਿ ਦੋਸਤਾਂ ਨੂੰ ਸਮਝ ਲੱਗਿਆ ਹੋਵੇਗਾ। ਉਸ ਤੋਂ ਬਾਅਦ ਅਸੀਂ ਹੱਲ ਕਰਦੇ ਹਾਂ ਜੀ ਅਗਲਾ ਸਵਾਲ। ਅਲੱਗ ਪਤਾ ਕਰੋ, ਭਾਵ ਇਹ ਇੱਕ ਸਾਨੂੰ ਸੀਰੀਜ਼ ਦਿੱਤੀ ਹੋਈ, ਇਹਦੇ 'ਚ ਜੋ ਡਿਫਰ ਹੈ ਬਾਕੀਆਂ ਦੇ ਨਾਲੋਂ, ਠੀਕ ਹੈ, ਡਿਫਰੈਂਟ ਹੈ ਕਿਸੇ ਵੀ ਤਰੀਕੇ ਨਾਲ, ਤਾਂ ਉਹ ਅਸੀਂ ਫਾਈਂਡ ਆਊਟ ਕਰਨਾ ਕਿ ਇਹਨਾਂ ਦੇ 'ਚੋਂ ਕਿਹੜਾ ਨੰਬਰ ਜਿਹੜਾ ਉਹ ਅਲੱਗ ਹੈ। ਠੀਕ ਹੈ ਜੀ, ਦੇਖੋ ਇੱਥੇ ਸਾਨੂੰ ਇੱਕ ਰੀਜ਼ਨ ਲੱਭ ਰਿਹਾ ਹੈ, ਰੀਜ਼ਨ ਦਿਸ ਰਿਹਾ ਇਹ ਨੇ ਕਿਊਬਸ ਨੇ, ਭਾਵ ਕਣ ਨੇ। ਠੀਕ ਹੈ ਜੀ, ਜਿਵੇਂ ਕਿ 729। ਠੀਕ ਹੈ ਜੀ, 729 9 ਦਾ ਕਣ ਹੋ ਸਕਦਾ ਹੈ। ਉਸ ਤੋਂ ਬਿਨਾਂ 512। ਠੀਕ ਹੈ ਜੀ, 512 8 ਦਾ ਕਣ ਹੋ ਸਕਦਾ ਹੈ। ਠੀਕ ਹੈ ਜੀ, ਇਸ ਤੋਂ ਬਿਨਾਂ ਜੇਕਰ ਅਸੀਂ ਗੱਲ ਕਰੀਏ 393, 393 ਸਾਨੂੰ ਨਹੀਂ ਦਿਸ ਰਿਹਾ। ਠੀਕ ਹੈ, ਕਿਉਂਕਿ ਇਹ 7 ਦਾ ਨਹੀਂ, 7 ਦਾ ਅੱਗੇ ਅਸੀਂ 7 ਦਾ ਦੇਖਦੇ ਹਾਂ, 7 ਦਾ 343 ਹੁੰਦਾ ਹੈ। ਠੀਕ ਹੈ ਜੀ, 343।
ਤਾਂ ਇੱਥੇ ਇਹ ਸਾਨੂੰ ਅਲੱਗ ਦਿਸ ਰਿਹਾ ਕਿਉਂਕਿ ਅੱਗੇ 216 ਇਹ 6 ਦਾ ਘਣ ਹੋ ਗਿਆ, 125 ਜਿਹੜਾ ਇਹ 5 ਦਾ ਘਣ ਹੋ ਗਿਆ। ਠੀਕ ਹੈ ਜੀ। ਤਾਂ ਇੱਥੇ ਜਿਹੜਾ 393 ਹੈ, ਠੀਕ ਹੈ ਜੀ, 393 ਨੰਬਰ ਹੈ, ਇਹ ਡਿਫਰ ਹੈ ਬਾਕੀਆਂ ਦੇ ਨਾਲੋਂ। ਸੋ ਇਹ ਡਿਫਰੈਂਸ ਸੀ, ਇਸ ਕਰਕੇ ਅਸੀਂ ਨੇ ਕੀ ਕਰ ਲਿਆ, ਇਸ ਨੂੰ ਸਿਲੈਕਟ ਕਰ ਲਿਆ। ਇਹ ਆਪਸ਼ਨ ਸਾਡਾ ਰਾਈਟ ਆਨਸਰ ਹੈ। ਇਹ ਨੰਬਰ ਜਿਹੜਾ ਇਹ ਇੱਕ ਅਲੱਗ ਹੈ ਬਾਕੀਆਂ ਦੇ ਨਾਲੋਂ। ਸੋ ਇਸ ਤਰੀਕੇ ਨਾਲ ਅਸੀਂ ਇਹ ਹੱਲ ਕਰ ਦਿੱਤੀ ਹੈ। ਹੁਣ ਅਸੀਂ ਹੱਲ ਕਰਦੇ ਹਾਂ ਜੀ ਅਗਲਾ ਸਵਾਲ। ਅਗਲਾ ਸਵਾਲ ਹੈ ਜਿਹੜਾ ਇਹ ਲੈਟਰ ਸੀਰੀਜ਼ ਦੇ ਨਾਲ ਰਿਲੇਟਡ ਹੈ। ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਨੇ ਗਰੁੱਪ ਦੇਖਣ ਵੀ ਕਿਹੜੇ ਗਰੁੱਪ ਕਿਸ ਤਰ੍ਹਾਂ ਬਣ ਸਕਦੇ ਨੇ। ਠੀਕ ਹੈ ਜੀ। ਉਸ ਬੇਸ 'ਤੇ ਅਸੀਂ ਆਨਸਰ ਫਾਈਂਡ ਆਊਟ ਕਰ ਸਕਦੇ ਹਾਂ। ਦੇਖੋ ਜੀ ਇੱਥੇ ਗਰੁੱਪਿੰਗ ਬਣ ਸਕਦੀ ਹੈ ਏ ਦੀ। ਠੀਕ ਹੈ ਜੀ। ਉਸ ਤੋਂ ਬਿਨਾਂ ਬੀ, ਅੱਗੇ ਇੱਕ ਡੈਸ਼ ਛੱਡੀ ਪਈ ਹੈ, ਉਸ ਤੋਂ ਬਾਅਦ ਇੱਕ ਡੈਸ਼ ਫੇਰ ਹੈ, ਉਸ ਤੋਂ ਬਾਅਦ ਸੀ, ਏ, ਡੈਸ਼ ਛੱਡ ਕੇ ਫੇਰ ਏ ਹੈ। ਠੀਕ ਹੈ ਜੀ। ਉਸ ਤੋਂ ਬਿਨਾਂ ਬੀ, ਸੀ, ਏ। ਠੀਕ ਹੈ ਜੀ। ਉਸ ਤੋਂ ਬਿਨਾਂ 2 ਵਾਰ ਡੈਸ਼ ਛੱਡੀ ਗਈ ਹੈ, ਉਸ ਤੋਂ ਬਾਅਦ ਸੀ ਫੇਰ ਡੈਸ਼ ਛੱਡੀ ਗਈ ਹੈ। ਤਾਂ ਇੱਥੇ ਇਹਨੂੰ ਅਸੀਂ ਭਰਾਂਗੇ। ਦੇਖੋ ਜੀ ਇੱਥੇ ਅਸੀਂ 2 ਫਿਗਰ ਦੇ ਬੇਸ 'ਤੇ ਇੱਕ ਪੇਅਰ ਜਿਹੜਾ ਉਹ ਕੰਪਲੀਟ ਕਰ ਲਾਂਗੇ। ਜਿਵੇਂ ਇਹ ਹੋ ਗਈ, ਇੱਥੇ ਸਾਨੂੰ ਬੀ ਭਰਨੀ ਪਵੇਗੀ ਜੇਕਰ ਅਸੀਂ ਨੇ ਬੀ ਬਣਾਉਣੀ। ਤਾਂ ਇਹਦਾ ਰੀਜ਼ਨ ਫਾਈਂਡ ਕਰਨਾ ਪੈਂਦਾ ਸਾਨੂੰ ਕਾਊਂਟਿੰਗ ਕਰਕੇ। ਠੀਕ ਹੈ ਜੀ। ਤਾਂ ਦੇਖੋ ਉਸ ਤੋਂ ਬਾਅਦ ਇੱਥੇ ਸੀ ਭਰ ਸਕਦੇ ਹਾਂ, ਏ ਹੋ ਗਈ, ਬੀ ਹੋ ਗਈ, ਸੀ ਹੋ ਗਈ। ਠੀਕ ਹੈ ਜੀ। ਇੱਥੇ ਅਸੀਂ ਭਰ ਸਕਦੇ ਹਾਂ ਏ। ਠੀਕ ਹੈ। ਦੋਨੋਂ ਏ ਬਣ ਜਾਣਗੇ ਜੇਕਰ ਏ ਫਿਲ ਕਰ ਦਿੱਤੀ। ਇੱਥੇ ਬੀ, ਇੱਥੇ ਸੀ ਬਣ ਗਈ ਏ। ਠੀਕ ਹੈ ਜੀ। ਇੱਥੇ ਬੀ ਭਰ ਦੇਵਾਂਗੇ, ਬੜਾ ਈਜ਼ੀ ਹੈ। ਠੀਕ ਹੈ ਜੀ। ਇੱਥੇ ਸੀ ਭਰ ਦੇਵਾਂਗੇ। ਸੋ ਇਸ ਤਰ੍ਹਾਂ ਇਹਦੇ ਅਸੀਂ ਨੇ ਗਰੁੱਪ ਬਣਾ ਲਏ। ਸੋ ਹੁਣ ਅਸੀਂ ਆਨਸਰ ਫਾਈਂਡ ਆਊਟ ਕਰਦੇ ਵੀ ਕੀ ਹੋ ਸਕਦਾ। ਜੋ ਅਸੀਂ ਨੇ ਇਹ ਰੈੱਡ ਕਲਰ ਦੇ ਵਿੱਚ, ਦੇਖੋ ਜੀ, ਜੋ ਅਸੀਂ ਨੇ ਇਹ ਰੈੱਡ ਕਲਰ ਦੇ ਵਿੱਚ ਲਿਖੇ ਨੇ ਇਹ ਸਾਡਾ ਆਨਸਰ ਹੈ। ਇਹਨੂੰ ਅਸੀਂ ਦੇਖੋ ਅਲੱਗ ਲਿਖ ਲੈਂਦੇ ਜਿਵੇਂ ਬੀ, ਠੀਕ ਹੈ, ਸੀ, ਏ, ਬੀ, ਸੀ। ਠੀਕ ਹੈ। ਤਾਂ ਇਹ ਅਸੀਂ ਲੱਭਦੇ ਹਾਂ ਆਪਸ਼ਨ ਦੇ ਵਿੱਚ ਬੀ, ਸੀ, ਏ, ਬੀ, ਸੀ, ਭਾਵ ਬੀ, ਸੀ। ਠੀਕ ਹੈ। ਡੀ ਆਪਸ਼ਨ ਸਾਡਾ ਰਾਈਟ ਆਨਸਰ ਹੈ। ਤਾਂ ਇਸ ਤਰ੍ਹਾਂ ਅਸੀਂ ਨੇ ਇਹ ਸਿਲੈਕਟ ਕਰ ਲਈ ਹੈ। ਸੋ ਇਸ ਤਰ੍ਹਾਂ ਅਸੀਂ ਇਹ ਲੈਟਰ ਸੀਰੀਜ਼ ਦਾ ਸਵਾਲ ਹੱਲ ਕਰ ਲਿਆ। ਲੈਟਰ ਸੀਰੀਜ਼ ਦੀ ਵਿਸਥਾਰਪੂਰਵਕ ਵੀਡੀਓ ਤੁਹਾਨੂੰ ਸਾਡੇ ਚੈਨਲ 'ਤੇ ਮਿਲ ਜਾਵੇਗੀ, ਉੱਥੇ ਤੋਂ ਵੀਡੀਓ ਜ਼ਰੂਰ ਦੇਖ ਲਿਓ। ਹਾਂਜੀ, ਹੁਣ ਅਸੀਂ ਕਰਦੇ ਹਾਂ ਅਗਲਾ ਸਵਾਲ। ਅਗਲਾ ਸਵਾਲ ਹੈ ਜੀ ਸਿੰਪਲ। ਇਹਦੇ 'ਚ ਜੋ ਆਪਰੇਸ਼ਨਸ ਨੇ ਜਿਵੇਂ ਪਲੱਸ, ਮਾਈਨਸ, ਮਲਟੀਪਲਾਈ, ਡਿਵਾਈਡ, ਇਹ ਹੱਲ ਕਰਨੇ ਨੇ। ਤਾਂ ਦੇਖੋ ਜੀ ਪਹਿਲਾਂ ਤੁਹਾਨੂੰ ਦੱਸਿਆ ਸੀ ਵੀ ਤੁਸੀਂ ਵਿਸਥਾਰ ਦੇ ਵਿੱਚ ਕਿਸ ਤਰ੍ਹਾਂ ਹੱਲ ਕਰ ਸਕਦੇ ਹੋ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵਰਡ ਮਾਸ ਦੇ ਥਰੂ। ਬਟ ਇਹ ਵਰਡ ਮਾਸ ਨੂੰ ਸਿੰਪਲੀ ਹੋਰ ਵੀ ਈਜ਼ੀ ਵੇ ਨਾਲ ਅਪਲਾਈ ਕਰਨ ਦੱਸਾਂਗੇ ਤੁਹਾਨੂੰ। ਤੁਸੀਂ ਟਰਮਾਂ ਦੇ ਬੇਸ 'ਤੇ ਇਹਨੂੰ ਹੱਲ ਕਰ ਲਿਆ ਕਰੋ, ਭਾਵ ਜਿੱਥੇ ਪਲੱਸ ਆ ਗਈ ਉਸ ਟਰਮ ਨੂੰ ਅਲੱਗ ਹੱਲ ਕਰਨਾ। ਅਸੀਂ 7 ਅਲੱਗ ਲਿਖ ਲਿਆ। ਉਸ ਤੋਂ ਬਾਅਦ ਦੇਖੋ ਇਹ ਦੋਨੋਂ ਪਲੱਸਸ ਦੇ ਵਿਚਕਾਰ 6 - 3 ਹੈ ਤਾਂ 3 ਬਣ ਜਾਵੇਗਾ। ਠੀਕ ਹੈ ਜੀ। ਕਿਉਂਕਿ ਅਸੀਂ ਨੇ ਕੀ ਕਰਨਾ, ਟਾਈਮ ਦੀ ਬੱਚਤ ਕਰਨੀ ਹੈ ਨਾ, ਤਾਂ ਇਸ ਤਰ੍ਹਾਂ ਕਰ ਸਕਦੇ ਹਾਂ। ਇਹ ਦੋਨੋਂ ਮਲਟੀਪਲਾਈ ਕਰ ਲਓ। ਠੀਕ ਹੈ ਜੀ। ਇੱਥੇ ਪਲੱਸ ਹੈ, ਪਲੱਸ ਤੋਂ ਵਾਲੀਆਂ ਪਲੱਸ ਜਾਂ ਮਾਈਨਸ ਤੋਂ ਅਲੱਗ ਟਰਮ ਬਣ ਜਾਂਦੀ ਹੈ ਉਹ। ਠੀਕ ਹੈ। ਇਸ ਕਰਕੇ ਪਲੱਸ ਮਾਈਨਸ ਨਹੀਂ ਅਸੀਂ ਫਿਲਹਾਲ ਕਰਨਾ। ਇੱਕ ਵਾਰ ਮਲਟੀਪਲਾਈ, ਡਿਵਾਈਡ ਜਾਂ ਬ੍ਰੈਕਟ ਨੂੰ ਹੱਲ ਅਸੀਂ ਡਾਇਰੈਕਟ ਇਸ ਤਰ੍ਹਾਂ ਕਰ ਸਕਦੇ ਹਾਂ। ਉਸ ਤੋਂ ਬਾਅਦ ਦੇਖੋ ਜੀ 12 ਨੂੰ ਅਸੀਂ ਡਿਵਾਈਡ ਕਰ ਦੇਵਾਂਗੇ 3 ਅਤੇ 4। ਉਸ ਤੋਂ ਬਾਅਦ ਸਾਡੇ ਕੋਲ ਓਨਲੀ ਪਲੱਸ ਰਹਿ ਗਿਆ ਕਰਨਾ। ਠੀਕ ਹੈ। ਇਹਨੂੰ ਅਸੀਂ ਕਰ ਲੈਂਦੇ ਹਾਂ। ਦੇਖੋ 4, 15, 19। ਠੀਕ ਹੈ ਜੀ। 19 ਅਤੇ 3 ਵਾਈ ਅਤੇ 7 29। ਸੋ ਡੀ ਆਪਸ਼ਨ ਸਾਡਾ ਰਾਈਟ ਆਨਸਰ ਹੋਏਗਾ। ਇਸ ਤਰ੍ਹਾਂ ਇਹਨੂੰ ਹੱਲ ਕਰ ਸਕਦੇ ਹਾਂ। ਜੇਕਰ ਵਰਡ ਮਾਸ ਦੇ ਥਰੂ ਅਸੀਂ ਨੇ ਸੀਰੀਜ਼ ਦੇ ਵਿੱਚ ਹੱਲ ਕਰਨਾ ਹੁੰਦਾ ਤਾਂ ਅਸੀਂ ਇਸ ਤਰ੍ਹਾਂ ਕਰ ਸਕਦੇ ਸੀ। ਦੇਖੋ ਵਰਡ ਮਾਸ ਦੀ ਬਾਰੇ ਦੱਸ ਦਿੰਦੇ ਪਹਿਲਾਂ ਤੁਹਾਨੂੰ। VODMAS। ਠੀਕ ਹੈ। ਮੀਨਸ ਬ੍ਰੈਕਟ ਆਫ। ਠੀਕ ਹੈ। ਡਿਵਾਈਡ ਕਰਨੀ ਹੁੰਦੀ ਉਸ ਤੋਂ ਬਾਅਦ ਮਲਟੀਪਲਾਈ, ਉਸ ਤੋਂ ਬਾਅਦ ਐਡੀਸ਼ਨ, ਉਸ ਤੋਂ ਬਾਅਦ ਸਬਟਰੈਕਸ਼ਨ। ਸੋ ਇਸ ਤਰੀਕੇ ਨਾਲ ਅਸੀਂ ਨੇ ਵਰਡ ਮਾਸ ਦੀ ਇੱਕ ਸੀਰੀਜ਼ ਦੇ ਵਿੱਚ ਇਹਨੂੰ ਹੱਲ ਕਰਨਾ ਹੁੰਦਾ। ਠੀਕ ਹੈ ਜੀ। ਇਸ ਤਰੀਕੇ ਨਾਲ ਵੀ ਤੁਸੀਂ ਕਰ ਸਕਦੇ ਹੋ, ਨੋ ਪ੍ਰੋਬਲਮ। ਠੀਕ ਹੈ। ਸਭ ਤੋਂ ਪਹਿਲਾਂ ਬ੍ਰੈਕਟ ਹੱਲ ਕਰਾਂਗੇ ਅਸੀਂ। ਬ੍ਰੈਕਟ ਦੇਖੋ 7 ਨੂੰ ਸੇਮ ਲਿਖਣਾ ਪਊਗਾ, ਬ੍ਰੈਕਟ ਵਾਲੇ ਨੂੰ ਹੱਲ ਕਰਕੇ 3 ਲਿਖਣਾ ਪਊਗਾ। ਠੀਕ ਹੈ। ਉਸ ਤੋਂ ਬਾਅਦ ਇਹਨੂੰ ਸੇਮ ਲਿਖਣਾ ਪੈਂਦਾ। ਦੇਖੋ ਇਹ 'ਤੇ ਟਾਈਮ ਲੱਗਦਾ। ਠੀਕ ਹੈ। ਤਾਂ ਦੇਖੋ ਉਸ ਤੋਂ ਬਾਅਦ ਅਸੀਂ ਡਿਵਾਈਡ ਹੱਲ ਕਰਦੇ, ਡਿਵਾਈਡ ਕਰਕੇ 4 ਆਉਣਾ ਸੀ। ਉਸ ਤੋਂ ਬਾਅਦ ਮਲਟੀਪਲਾਈ ਹੱਲ ਕਰਦੇ। ਗੱਲ ਦੇਖੋ ਉੱਥੇ ਹੀ ਬਣ ਗਈ। ਠੀਕ ਹੈ ਜੀ। 15 ਜੋੜ 4 ਇਸ ਤਰ੍ਹਾਂ ਹੱਲ ਕਰਕੇ ਆਨਸਰ ਸੇਮ ਆਊਗਾ। ਬਟ ਅਸੀਂ ਨਹੀਂ, ਜੇਕਰ ਇੱਥੇ ਸਮੇਂ ਦੀ ਬੱਚਤ ਕਰਨੀ ਹੋਵੇ ਤਾਂ ਆਪਰੇਸ਼ਨਸ ਨੂੰ ਅਲੱਗ-ਅਲੱਗ ਕਰਕੇ ਅਸੀਂ ਹੱਲ ਕਰ ਸਕਦੇ ਹਾਂ। ਜਿਵੇਂ ਕਿ ਦੇਖੋ ਇੱਥੇ ਪਲੱਸ ਤੋਂ ਬਾਅਦ ਇਹ ਅਲੱਗ ਟਰਮ ਹੋ ਗਈ। ਇਹ ਜਿਹੜਾ 7th ਹੈ ਇਹ ਆਪਣੇ ਆਪ 'ਚ ਇੱਕ ਇਕੱਲੀ ਟਰਮ ਹੈ, ਤਾਂ ਇਹਨੂੰ ਹੱਲ ਕਰ ਸਕਦੇ ਹਾਂ ਸਪਰੇਟਲੀ, ਨੋ ਪ੍ਰੋਬਲਮ। ਇਹ ਪਲੱਸ ਤੋਂ ਬਾਅਦ ਵਾਲੀ ਜਿਹੜਾ 6 - 3 ਹੈ ਇਹ ਇੱਕ ਅਲੱਗ ਟਰਮ ਹੈ। ਉਸ ਤੋਂ ਬਾਅਦ 5 × 3 ਇਹ ਇੱਕ ਅਲੱਗ ਟਰਮ ਹੈ, ਇਹ ਅਲੱਗ ਟਰਮ ਹੈ। ਇਹਨੂੰ ਅਲੱਗ-ਅਲੱਗ ਹੱਲ ਕਰੋ, ਮਲਟੀਪਲਾਈ, ਡਿਵਾਈਡ ਜੋ ਕਰਨਾ ਕਰੋ। ਠੀਕ ਹੈ। ਉਸ ਤੋਂ ਬਾਅਦ ਐਡ ਵਾਲਾ ਅਤੇ ਸਬਟਰੈਕਸ਼ਨ ਵਾਲਾ ਅਸੀਂ ਲਾਸਟ ਦੇ ਵਿੱਚ ਹੱਲ ਕਰਨਾ ਹੁੰਦਾ।
ਬਟਮਾਸ ਦੇ ਥਰੂ ਵੀ ਕਰ ਸਕਦੇ ਹੋ, ਈਜ਼ੀਲੀ ਹੋ ਜਾਂਦਾ 1 ਮਿੰਟ ਦੇ ਵਿੱਚ ਇੱਕ ਸਵਾਲ, ਜੇਕਰ ਐਵਰੇਜ ਸਾਨੂੰ 1 ਮਿੰਟ ਦਾ ਸਮਾਂ ਮਿਲਿਆ ਹੋਵੇ, ਨੋ ਪ੍ਰੋਬਲਮ। ਹਾਂਜੀ, ਉਸ ਤੋਂ ਬਾਅਦ ਅਸੀਂ ਹੱਲ ਕਰਦੇ ਹਾਂ ਜੀ ਅਗਲਾ ਸਵਾਲ। ਅਗਲਾ ਸਵਾਲ ਹੈ ਜੀ, ਜੇਕਰ ਦੇਖੋ ਇਹਨੂੰ ਅਸੀਂ ਜਿਹੜਾ ਸਾਡਾ ਰਵਾਇਤੀ ਤਰੀਕਾ ਟ੍ਰੈਡੀਸ਼ਨਲ ਵੇ ਹੈ ਉਹਦੇ ਥਰੂ ਬਹੁਤ ਜ਼ਿਆਦਾ ਸਮਾਂ ਲੱਗ ਸਕਦਾ ਮਲਟੀਪਲਾਈ ਕਰਨ ਦੇ ਵਿੱਚ, ਠੀਕ ਹੈ। ਬਟ ਤੁਹਾਨੂੰ ਇੱਕ ਸਿੰਪਲ ਵੇ ਦੱਸਾਂਗੇ ਅਸੀਂ ਯੂਨਿਟ ਡਿਸਟ ਦੇ ਥਰੂ ਤੁਸੀਂ ਕਿਸ ਤਰ੍ਹਾਂ ਹੱਲ ਕਰ ਸਕਦੇ ਹੋ। ਦੇਖੋ ਜੀ, ਇਸ ਸਵਾਲ ਨੂੰ ਯੂਨਿਟ ਡਿਸਟ ਦੇ ਥਰੂ ਹੱਲ ਕਰਨ ਤੋਂ ਪਹਿਲਾਂ ਤੁਸੀਂ ਇੱਕ ਗੱਲ ਦੇਖ ਲਿਆ ਕਰੋ ਵੀ ਆਪਸ਼ਨਾਂ ਨੇ ਜਿਹੜੀਆਂ ਆਪਸ਼ਨਾਂ ਉਹਨਾਂ ਦਾ ਯੂਨਿਟ ਡਿਸਟ ਹੈ ਨਾ ਜਿਹੜਾ ਉਹ ਯੂਨੀਕ ਹੋਵੇ, ਕੋਸ਼ਿਸ਼ ਕਰਿਆ ਕਰੋ ਇਹ ਚੀਜ਼ ਦੀ, ਠੀਕ ਹੈ। ਕਿਉਂਕਿ ਜੇਕਰ ਹੁਣ ਸਾਰੀਆਂ ਆਪਸ਼ਨਾਂ ਦੀ ਲਾਸਟ ਸੇਮ ਹੁੰਦੇ ਤਾਂ ਅਸੀਂ ਯੂਨਿਟ ਡਿਸਟ ਪਤਾ ਕਰਕੇ ਫਾਈਂਡ ਨਹੀਂ ਕਰ ਸਕਦੇ ਸੀ, ਉੱਥੇ ਸਾਨੂੰ ਹੋਰ ਤਰੀਕਾ ਵਰਤਣਾ ਪੈਂਦਾ। ਬਟ ਇੱਥੇ ਆਪਸ਼ਨਾਂ ਦਾ ਸਾਰਿਆਂ ਦਾ ਜਿਹੜਾ ਲਾਸਟ ਵਾਲਾ ਡਿਸਟ ਹੈ ਉਹ ਅਲੱਗ-ਅਲੱਗ ਹੈ, ਸੋ ਅਸੀਂ ਯੂਨਿਟ ਡਿਸਟ ਅਪਲਾਈ ਕਰ ਸਕਦੇ ਹਾਂ। ਦੇਖੋ ਜੀ, ਯੂਨਿਟ ਡਿਸਟ ਅਪਲਾਈ ਕਰਨ ਦਾ ਕੀ ਤਰੀਕਾ ਹੈ ਕਿ ਇਹ ਜਿਹੜਾ 888 ਇਹਦਾ ਅਸੀਂ ਨੇ 8 ਲੈ ਲਿਆ, ਠੀਕ ਹੈ ਜੀ, ਅਤੇ 834 ਦਾ ਅਸੀਂ ਨੇ 4 ਲੈ ਲਿਆ, ਠੀਕ ਹੈ ਜੀ। ਤਾਂ 8 ਅਤੇ 4 ਨੂੰ ਜਦ ਅਸੀਂ ਗੁਣਾ ਕਰਾਂਗੇ ਤਾਂ ਸਾਨੂੰ ਪਤਾ ਹੈ 32 ਆਊਗਾ, ਠੀਕ ਹੈ। ਤਾਂ 32 ਦਾ ਯੂਨਿਟ ਡਿਸਟ ਕੀ ਹੈ 2, ਸਾਨੂੰ ਯੂਨਿਟ ਡਿਸਟ ਤੱਕ ਮਤਲਬ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਟਰਮ ਤੋਂ ਇਹ ਅੱਗੇ ਅਸੀਂ 6 ਅਤੇ 5 ਨੂੰ ਗੁਣਾ ਕਰਾਂਗੇ, ਠੀਕ ਹੈ। ਸੌਰੀ 6 ਅਤੇ 1 ਨੂੰ ਗੁਣਾ ਕਰਾਂਗੇ, ਕਿਉਂਕਿ ਯੂਨਿਟ ਡਿਸਟ ਇੱਕ ਹੈ ਨਾ, ਤਾਂ 6 ਅਤੇ 1 ਨੂੰ ਗੁਣਾ ਕਰਾਂਗੇ ਤਾਂ ਇਹਨੂੰ ਗੁਣਾ ਕਰਕੇ 6 ਆਊਗਾ, ਸਾਡਾ ਯੂਨਿਟ ਡਿਸਟ ਕਿੰਨਾ ਬਣ ਜਾਊਗਾ 6। ਸਾਨੂੰ ਤਾਂ ਯੂਨਿਟ ਡਿਸਟ ਤੱਕ ਮਤਲਬ ਹੈ। ਉਸ ਤੋਂ ਬਾਅਦ ਦੇਖੋ ਪਲੱਸ ਕਰਨਾ 1, ਠੀਕ ਹੈ ਜੀ, ਭਾਵ 1 ਦਾ ਯੂਨਿਟ ਡਿਸਟ 1 ਹੀ ਹੋ ਗਿਆ। ਤਾਂ ਹੁਣ ਅਸੀਂ ਨੇ ਸਿਰਫ ਯੂਨਿਟ ਡਿਸਟ ਨੂੰ ਹੱਲ ਕਰਨਾ, ਭਾਵ ਅਸੀਂ ਨੇ 2 6 ਅਤੇ 1 ਇਹਨੂੰ ਐਡ ਕਰ ਦੇਣਾ, ਠੀਕ ਹੈ ਜੀ। ਤਾਂ ਇਹਨੂੰ ਐਡ ਕਰਕੇ ਬਣੇਗਾ ਸਾਡਾ 7 + 2 9। ਮੀਨ ਜੀ ਜੋ ਵੀ ਸਾਡਾ ਰਾਈਟ ਆਨਸਰ ਆਵੇਗਾ ਉਹਦੀ ਯੂਨਿਟ ਡਿਸਟ ਲਾਸਟ ਵਾਲਾ ਜਿਹੜਾ ਅੱਖਰ ਹੋਏਗਾ ਉਹ ਕੀ ਹੋਏਗਾ 9 ਹੋਏਗਾ। ਤਾਂ ਇਹ ਆਪਸ਼ਨ ਏ ਦੇ ਵਿੱਚ ਪਈ ਹੈ, ਤਾਂ ਇਸ ਤਰ੍ਹਾਂ ਅਸੀਂ ਸਿਲੈਕਟ ਕਰ ਸਕਦੇ ਹਾਂ, ਠੀਕ ਹੈ ਜੀ। ਜੇਕਰ ਇੱਥੇ ਜਿਹੜੇ ਆਪਰੇਸ਼ਨਸ ਹੋਣ ਉਹਦੇ ਬੇਸ 'ਤੇ ਹੱਲ ਕਰਨਾ ਹੁੰਦਾ ਹੈ ਅਸੀਂ ਯੂਨਿਟ ਡਿਸਟ, ਠੀਕ ਹੈ ਜੀ। ਸੋ ਇਹ ਸਵਾਲ ਸਾਡਾ ਇਸ ਤਰ੍ਹਾਂ ਹੱਲ ਹੋ ਚੁੱਕਾ ਹੈ। ਹੁਣ ਅਸੀਂ ਕਰਦੇ ਹਾਂ ਜੀ ਅਗਲਾ ਸਵਾਲ। ਅਗਲਾ ਸਵਾਲ ਹੈ ਜੀ 8ਵਾਂ, 0.5 ਗੁਣਾ 0.5 ਜੋੜ 2 ਬਰੈਕਟ ਦੇ ਵਿੱਚ 0.5 ਮਲਟੀਪਲਾਈ ਬਾਈ 0.3 ਜੋੜ 0.3 ਗੁਣਾ 0.3। ਸੋ ਇਹਨੂੰ ਅਸੀਂ ਨੇ ਹੱਲ ਕਰਨਾ ਹੈ। ਦੇਖੋ ਜੀ, ਇਹਨੂੰ ਹੱਲ ਕਰਨ ਦੇ ਲਈ ਇੱਥੇ ਜੇ ਤਾਂ ਦੇਖੋ ਅਸੀਂ ਸਿੰਪਲ ਕਰਾਂਗੇ ਜੋ ਸਾਡਾ ਟ੍ਰੈਡੀਸ਼ਨਲ ਵੇ ਹੈ ਮਲਟੀਪਲਾਈ ਕਰਕੇ ਐਡ ਕਰਕੇ ਇਸ ਤਰ੍ਹਾਂ, ਤਾਂ ਉਹਦੇ 'ਚ ਸਾਨੂੰ ਸਮਾਂ ਬਹੁਤ ਜ਼ਿਆਦਾ ਲੱਗ ਸਕਦਾ। ਸੋ ਤੁਹਾਨੂੰ ਇੱਕ ਟ੍ਰਿਕ ਦੱਸਦੇ ਹਾਂ, ਇਹਦੇ ਉੱਤੇ ਇੱਕ ਇੱਥੇ ਫਾਰਮੂਲਾ ਅਪਲਾਈ ਹੋ ਗਿਆ। ਦੇਖੋ ਇਹ ਕੁਝ ਇਸ ਤਰ੍ਹਾਂ ਚੀਜ਼ ਬਣ ਗਈ ਨਾ ਵੀ A ਮਲਟੀਪਲਾਈ ਬਾਈ A, ਠੀਕ ਹੈ ਜੀ, A ਮਲਟੀਪਲਾਈ ਬਾਈ A, ਜਿਹੜਾ ਇਹ ਹੈ ਇਹਨੂੰ A ਮੰਨ ਲੈਂਦੇ ਅਸੀਂ, ਠੀਕ ਹੈ। ਤਾਂ ਉਸ ਤੋਂ ਬਾਅਦ ਪਲੱਸ 2A, ਠੀਕ ਹੈ ਜੀ, ਕਿਉਂਕਿ ਇਹਨੂੰ A ਮੰਨੇ ਨਾ ਅਸੀਂ 0.5 ਨੂੰ A ਮੰਨੇ। ਤਾਂ ਉਸ ਤੋਂ ਬਾਅਦ 0.3 ਇਹਨੂੰ B ਮੰਨ ਲਓ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਚੀਜ਼ ਬਣ ਗਈ। ਉਸ ਤੋਂ ਬਾਅਦ ਇਹ ਕੀ ਹੈ 0.3 ਨੂੰ B ਮੰਨਿਆ ਅਸੀਂ ਨੇ, 0.3 ਗੁਣਾ 0.3 ਭਾਵ ਇਹਨੂੰ B ਗੁਣਾ B ਲਿਖ ਸਕਦੇ ਹਾਂ ਅਸੀਂ, B ਗੁਣਾ B। ਤਾਂ ਇੱਥੇ ਦਾ ਇੱਕ ਫਾਰਮੂਲਾ ਬਣ ਗਿਆ ਕਿਹੜਾ A² + 2AB + B², ਠੀਕ ਹੈ ਜੀ। ਇਹ ਫਾਰਮੂਲਾ ਬਣ ਗਿਆ। ਤਾਂ ਇਹ ਫਾਰਮੂਲੇ ਦਾ ਅੱਗੇ ਜਿਹੜਾ ਛੋਟਾ ਰੂਪ ਹੈ ਉਹ ਕੀ ਹੁੰਦਾ ਕਿ A ਜੋੜ B, ਠੀਕ ਹੈ ਜੀ, ਸਾਰੇ ਦੀ ਹੋਲ ਸਕੁਆਇਰ, ਭਾਵ ਇਹ ਫਾਰਮੂਲਾ ਬਣਿਆ ਹੀ ਪਿਆ ਇਸ ਤਰ੍ਹਾਂ ਮੰਨ ਲਓ। ਤਾਂ ਇਹਦੇ ਉੱਤੇ ਡਾਇਰੈਕਟ ਅਸੀਂ ਨੇ ਅਪਲਾਈ ਕੀ ਕਰਨਾ ਹੈਗਾ, ਸਿਰਫ ਅਸੀਂ ਨੇ ਇਹ ਗੱਲ ਅਪਲਾਈ ਕਰਨੀ ਕਿ A ਜੋੜ B ਸਾਰੇ ਦੀ ਘਾਤ 2, ਠੀਕ ਹੈ ਜੀ। ਤਾਂ ਇਹਨੂੰ ਅਸੀਂ ਦੇਖੋ ਹੁਣ ਹੱਲ ਕਿਸ ਤਰ੍ਹਾਂ ਕਰਨਾ ਹੈਗਾ। ਜਿਵੇਂ ਕਿ ਤੁਹਾਨੂੰ ਪਤਾ ਕਿ 0.5 ਨੂੰ ਅਸੀਂ A ਮੰਨੇ ਅਤੇ 0.3 ਨੂੰ ਅਸੀਂ ਨੇ ਕੀ ਮੰਨ ਲਿਆ B। ਤਾਂ ਅਸੀਂ ਕੀ ਕਰਾਂਗੇ 0.5 ਅਤੇ 0.3 ਦੋਨਾਂ ਦਾ ਜੋੜ ਕਰਕੇ ਸਕੁਆਇਰ ਕਰ ਦੇਵਾਂਗੇ, ਠੀਕ ਹੈ ਜੀ। ਤਾਂ ਇਹਨਾਂ ਦਾ ਜੋੜ ਕਰਕੇ ਬਣੇਗਾ 0.8, ਸਾਰੇ ਦੀ ਘਾਤ ਕਰਕੇ ਸਾਡੇ ਕੋਲ ਬਣੂਗਾ 0.64, ਠੀਕ ਹੈ ਜੀ। ਇਹਦਾ ਭਾਵ ਇਹ ਹੁੰਦਾ ਕਿ 0.8 ਨੂੰ 0.8 ਨਾਲ ਗੁਣਾ ਕੀਤੀ ਹੈ, ਠੀਕ ਹੈ ਜੀ। ਤਾਂ ਇਹ 0.64 ਸਾਡਾ ਰਾਈਟ ਆਨਸਰ ਹੋਏਗਾ, ਜੋ ਕਿ ਆਪਸ਼ਨ ਏ ਦੇ ਵਿੱਚ ਪਿਆ। ਇਸ ਤਰ੍ਹਾਂ ਏ ਆਪਸ਼ਨ ਸਾਡਾ ਰਾਈਟ ਆਨਸਰ ਹੋ ਜਾਵੇਗਾ, ਠੀਕ ਹੈ ਜੀ। ਇਸ ਤਰੀਕੇ ਨਾਲ ਅਸੀਂ ਇਹਨੂੰ ਹੱਲ ਕਰਨਾ ਸੀ। ਉਸ ਤੋਂ ਬਾਅਦ ਅਸੀਂ ਹੱਲ ਕਰਦੇ ਹਾਂ ਜੀ ਅਗਲਾ ਸਵਾਲ। ਅਗਲਾ ਸਵਾਲ ਹੈ ਜੀ 0.7 ਗੁਣਾ 0.7 ਘਟਾ 2 0.7 ਮਲਟੀਪਲਾਈ ਬਾਈ 0.3 + 0.3 ਮਲਟੀਪਲਾਈ ਬਾਈ 0.3। ਤਾਂ ਇੱਥੇ ਵੀ ਸੇਮ ਫਾਰਮੂਲਾ ਲੱਗਿਆ, ਬਟ ਮਾਈਨਸ ਦਾ ਫਰਕ ਪਊਗਾ ਸਿਰਫ, ਠੀਕ ਹੈ। ਕਿਉਂਕਿ ਦੇਖੋ ਇਹ ਸੇਮ ਅੱਖਰ ਨੂੰ ਸੇਮ ਨਾਲ ਮਲਟੀਪਲਾਈ ਹੋ ਗਈ, ਯਾਨੀ ਕਿ ਇਹਨੂੰ ਅਸੀਂ ਕੀ ਕਹਿ ਸਕਦੇ ਵੀ A ਦੀ ਸਕੁਆਇਰ, ਠੀਕ ਹੈ ਜੀ। ਇੱਥੇ ਕੀ ਹੈ 2AB ਕਹਿ ਸਕਦੇ ਹਾਂ ਇਹਨੂੰ, ਮਾਈਨਸ ਇੱਥੇ ਮਾਈਨਸ 2AB, ਠੀਕ ਹੈ ਜੀ। ਇਹਨੂੰ ਅਸੀਂ B ਮੰਨ ਸਕਦੇ ਹਾਂ, ਪਲੱਸ
v ਸਕੇਅਰ। ठीक है जी। तो इस बेस ते असीं इत्थे की कह सकते हैं कि यह साडा फार्मूला बन गया a माइनस v दी होल स्केयर का। ठीक है जी। तो a किन्ना साडा इत्थे 0.7 अते v किन्ना साडा 0.3। ये सारे दी घात असीं किन्नी करनी है 2। तो इनू घटा के आऊगा साडा 0.4। 0.4 की घात असीं 2 करांगे। तो 0.4 की घात जो असीं 2 की तो इत्थे साडा आंसर बन गया 0.16। ठीक है जी। 0.16 साडा राइट आंसर होएगा जो कि ऑप्शन सी दे विच पे है। ठीक है जी। ये चीज़ नूं ध्यान दे विच जरूर रखियो क्योंकि इत्थे कई बार भी इहनूं ध्यान नाल मल्टीप्लाई ध्यान नाल कर लिया करो क्योंकि लास्ट दे विच ही कई बार उत्थे मिसटेक हो जाती है साडे तो। जिवें कि देखो इन्हां ने बी ऑप्शन जिहड़ी ओह की सी 0.016 सी। ठीक है इस तरह तो इस तरीके नाल इहदे च कन्फ्यूजन च नहीं पैना। ठीक है जी। देखो इन्हूं तरीका ही दस दिंदे तुहानूं एक होर जिमें कि 0.4 मल्टीप्लाई बाई 0.4 करना है। तो पहले 4 और 4 की असीं सिंपल मल्टीप्लाई कर लो। सिंपल मल्टीप्लाई करके कितना बनता है 16 भाव जी पॉइंट नूं भुल जाओ। ठीक है जी। उस तो बाद इत्थे देखो 0 पॉइंट तो बाद पॉइंट तो बाद एक अखर इत्थे पे है पॉइंट तो बाद एक अखर इत्थे पे है। तो जिहड़ा ये साडा आंसर आया सी 2 अखर छड्ड दो एक 6 छड्डता एक छड्डता उस तो बाद पॉइंट लगाता तो यह साडा राइट आंसर होएगा। ठीक है जी। जेकर इस तरह हुंदा देखो इत्थे 0.04 मल्टीप्लाई बाई 0.04। ठीक है। तो 4 और 4 नूं सिंपल मल्टीप्लाई करो कितना बन गया 16। उस तो बाद पॉइंट तो बाद 2 अखर इत्थे पए ने पॉइंट तो बाद 2 अखर इत्थे पए ने भाव टोटल 4 अखर हो गए। ठीक है जी। तो 4 अखर छड्ड के पॉइंट लगाने एक असीं ने पिछे तो 6 छड्डता। ठीक है जी। एक असीं ने 1 छड्डता एक होर अखर नहीं तो 0 लगाओ होर अखर नहीं तो 0 लगाओ 4 अखर छड्डे गए इत्थे पॉइंट लगा दो। ठीक है जी। 0.0016 यही आंसर आता है जेकर इस तरह सिचुएशन होंदी। ठीक है जी। वट साडा हुण इत्थे राइट आंसर जिहड़ा ओह बन जाएगा 0.16। ठीक है जो कि ऑप्शन सी है। सो इस तरीके नाल इहनूं हल करना सी। हुण असीं करदे हां जी अगला सवाल। अगला सवाल है जी 10वां सवाल 3.0 जोड़ 2.2 अते यही चीज़ माइनस दे विच दोनों आपस के वाधे विच मल्टीप्लाई दे विच ने। ठीक है। ब्रैकेट का मतलब मल्टीप्लाई ही हो गया। ठीक है जी। तो देखो हुण इत्थे असीं की करना है इत्थे भी असीं एक फॉर्मूला वरतना है जो सर्वसम्मता है। ठीक है। सर्वसम्मता इत्थे अप्लाई होगी देखो जी कि इस तरह की ए जिहड़ा यही है ना 3.0 है इनू असीं ए मान लिया। ठीक है। तो जिहड़ा 2.2 है इनू असीं ने बी लैट कर लिया। ठीक है जी। तो यह इत्थे की बन गया साडे कोल पहला ब्रैकेट की बन गया ए जोड़ बी दूसरा ब्रैकेट की बन गया साडे कोल ए माइनस बी। ठीक है जी। इस तरह इहदा एक फॉर्मूला यह बनता है कि ए स्केयर माइनस बी स्केयर ए स्केयर माइनस बी स्केयर। देखो इनू हुण असीं हल किवें करांगे सवाल दे उत्ते इस तरह अप्लाई कर सकते हैं असीं ए मन्निया सी असीं ने 3.0 नूं। ठीक है जी। इस सारी दी स्केयर करो माइनस 2.2 दी स्केयर करो। ठीक है जी। तो देखो 3.0 यह 3 ही हो गया। ठीक है। तो यदा स्केयर करके 9 आ गया 2.2 यदा स्केयर करके साढ़े कोल आउंदा है 4.84। ठीक है जी। इनू माइनस करके क्या आएगा साढ़े कोल 4.16 जो कि ऑप्शन डी दे विच पे है। असीं ऑप्शन डी सिलेक्ट कर लैनी है। ठीक है जी। इस तरह 10वें सवाल का साडा राइट आंसर होएगा 4.16। सो इस तरीके नाल साडा ये जिहड़ी अज दी सीरीज सी एक समाप्त हो चुकी है। इस तरह के होर वीडियोज़ देखने लिए स्टडी फाइटर चैनल सबसक्राइब कर लो। यह PDF तुहानूं साडे टैलीग्राम चैनल पर मिल जाएगी। ठीक है जी। टैलीग्राम चैनल का लिंक है जिहड़ा डिस्क्रिप्शन दे दे देंगे। अदरवाइज़ तुसीं मास्टर बलविंदर सर्च करके भी कढ़ सकते हो। ठीक है जी। टैलीग्राम के उत्ते अते स्टडी फाइटर के नाम से एक ग्रुप है वो ग्रुप भी ज्वाइन कर सकते हो। सो यह वीडियो देखने लिए फिर तो बहुत बहुत तुहाडा सारिਆਂ दा धन्नवाद।